ਪਿਆਰੇ ਵਿਦਿਆਰਥੀਓ ਅਤੇ ਦਰਸ਼ਕੋ, ਆਪਾਂ ਪਿਛਲੇ ਕੁਝ ਦਿਨਾਂ ਤੋਂ ਕਵਿਤਾ ਦੀਆਂ ਗੱਲਾਂ ਕਰ ਰਹੇ ਹਾਂ। ਸੁਰਜੀਤ ਪਾਤਰ ਦੀ ਕਵਿਤਾ ਦੀਆਂ ਗੱਲਾਂ ਕਰ ਰਹੇ ਹਾਂ। ਸੁਰ ਜ਼ਮੀਨ ਪੁਸਤਕ ਬਾਰੇ ਗੱਲਾਂ ਕਰ ਰਹੇ ਹਾਂ। ਅੱਜ ਆਪਾਂ ਸੁਰ ਜ਼ਮੀਨ ਦੇ ਵਿੱਚੋਂ ਇੱਕ ਗਜ਼ਲ ਤੁਹਾਡੇ ਨਾਲ ਸਾਂਝੀ ਕਰਨੀ ਆ। ਫਿਰ ਉਸ ਇੱਕੋ ਗਜ਼ਲ ਉੱਤੇ ਆਪਾਂ ਵਿਚਾਰ ਕਰਨੀ ਆ ਅਤੇ ਉਸ ਗਜ਼ਲ ਦੇ ਬਹਾਨੇ ਆਪਾਂ ਪੰਜਾਬੀ ਗਜ਼ਲ ਬਾਰੇ, ਇਸ ਗਜ਼ਲ ਦੇ ਵਿਸ਼ਿਆਂ ਬਾਰੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਸਭ ਤੋਂ ਪਹਿਲਾਂ ਆਪਾਂ ਉਹ ਗਜ਼ਲ ਨੂੰ ਇੱਕ ਵਾਰ ਪੜ੍ਹਦੇ ਹਾਂ। ਮੈਂ ਨਿਸ ਦਿਨ ਸੋਚਦਾ ਰਹਿੰਦਾ, ਮੈਂ ਹਰ ਪਲ ਸੁਲਗਦਾ ਰਹਿੰਦਾ, ਮੈਂ ਗੌਤਮ ਹਾਂ ਤੇ ਬੁੱਧ ਹੋਣ ਖਾਤਰ ਤੜਪਦਾ ਰਹਿੰਦਾ। ਸਜਾਤਾ ਦਾ ਕਟੋਰਾ ਵਣ ਦੇ ਵਿੱਚ ਮਨਜ਼ੂਰ ਸੀ ਮੈਨੂੰ, ਪਰ ਮੈਂ ਬੋਧੀ ਮੱਠਾਂ ਵਿੱਚ ਉਸ ਨੂੰ ਆਉਣੋਂ ਵਰਜਦਾ ਰਹਿੰਦਾ। ਇਬਾਰਤ ਮੈਂ ਨਹੀਂ ਕੋਈ, ਇਬਾਰਤ ਮੈਂ ਨਹੀਂ ਕੋਈ, ਸ਼ਿਲਾ ਲੇਖੀ ਲਿਖੀ ਹੋਈ। ਮੈਂ ਹਾਂ ਇੱਕ ਬਣ ਰਿਹਾ ਫਿਕਰਾ ਜੋ ਅਕਸਰ ਬਦਲਦਾ ਰਹਿੰਦਾ। ਮਿਲੇ ਇਸ ਮੋੜ 'ਤੇ ਪੂਰਬ ਅਤੇ ਅਗਲੇ ਮੋੜ 'ਤੇ ਪੱਛਮ, ਮੈਂ ਦਿਨ ਵਿੱਚ ਕਿੰਨੀ ਵਾਰ ਉਗਮਦਾ ਅਤੇ ਅਸਤਦਾ ਰਹਿੰਦਾ। ਬਦਨ ਦੇ ਵਾਂਗ ਮਿਲ ਕੇ ਜਿਸ ਘੜੀ ਮੈਂ ਸ਼ਾਂਤ ਹੋ ਜਾਂਦਾ, ਉਦੋਂ ਵੀ ਆਤਮਾ ਦੇ ਵਾਂਗ ਅੰਦਰੋਂ ਤੜਪਦਾ ਰਹਿੰਦਾ। ਜਿਵੇਂ ਬਦਲਦੀ ਹੈ ਕੋਈ ਹੋਮ ਅੱਗ, ਜੱਗ ਦੀ ਅੱਗ ਮੇਰੇ ਅੰਦਰ ਪਵਿੱਤਰ ਹੋਣ ਖਾਤਰ ਇਉਂ ਮੈਂ ਅਕਸਰ ਸੁਲਗਦਾ ਰਹਿੰਦਾ। ਜਦੋਂ ਅਸੀਂ ਕਿਸੇ ਗਜ਼ਲ 'ਤੇ ਵਿਚਾਰ ਕਰਦੇ ਹਾਂ ਤਾਂ ਮੁੱਖ ਤੌਰ 'ਤੇ ਸਾਡੀ ਜਿਹੜੀ ਵਿਚਾਰ ਚਰਚਾ ਹੈ ਉਹਦੀਆਂ ਦੋ ਦਿਸ਼ਾਵਾਂ ਹੁੰਦੀਆਂ। ਇੱਕ ਦਿਸ਼ਾ ਹੈਗੀ ਹੈ ਕਿ ਅਸੀਂ ਉਸ ਗਜ਼ਲ ਦੇ ਵਿੱਚ ਜਿਹੜੇ ਪੇਸ਼ ਸ਼ੇਅਰ ਨੇ ਉਹਨਾਂ ਦਾ ਅਸੀਂ ਵਿਸ਼ਾ ਕੀ ਆ ਉਹ ਪੜ੍ਹਦੇ ਹਾਂ, ਉਹ ਦੱਸਦੇ ਹਾਂ, ਉਹਦੇ ਬਾਰੇ ਵਿਚਾਰ ਕਰਦੇ ਹਾਂ, ਵਿਸ਼ੇ ਦੀ ਵਿਆਖਿਆ ਕਰਦੇ ਹਾਂ। ਫਿਰ ਉਹਨਾਂ ਵਿਸ਼ਿਆਂ ਦੇ ਪ੍ਰਤੀ ਕਿਸੇ ਲੇਖਕ ਦਾ ਦ੍ਰਿਸ਼ਟੀਕੋਣ ਕੀ ਆ, ਉਸ ਦ੍ਰਿਸ਼ਟੀਕੋਣ ਦੀ ਗੱਲ ਕਰਦੇ ਹਾਂ। ਅਤੇ ਉਸ ਤੋਂ ਬਾਅਦ ਅਸੀਂ ਉਸ ਕਵੀ ਦੀ ਵਿਚਾਰਧਾਰਾ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਉਸ ਕਵੀ ਨੇ ਉਹ ਸ਼ੇਅਰ ਕਿਉਂ ਕਿਹਾ, ਆਖਰ ਉਸ ਗਜ਼ਲਕਾਰ ਨੂੰ ਕੀ ਲੋੜ ਪਈ ਕਿ ਉਹ ਵਿਚਾਰ ਉਹਨੇ ਪ੍ਰਗਟ ਕੀਤੇ। ਉਹਦੇ ਵਿੱਚ ਅਸੀਂ ਯਥਾਰਥ ਨਾਲ ਉਸ ਦੀ ਤੁਲਨਾ ਵੀ ਕਰਦੇ ਹਾਂ, ਉਸ ਨੂੰ ਮੁੜ ਵਿਚਾਰਦੇ ਵੀ ਹਾਂ। ਅਤੇ ਫਿਰ ਆਖਰ ਦੇ ਵਿੱਚ ਕੁਝ ਜਿਹੜੇ ਲੋਕ ਨੇ ਉਹ ਮੁੱਲ ਪਰਖ ਨਿਰਣਾ ਵੀ ਦਿੰਦੇ ਆ ਕਿ ਇਹ ਜਿਹੜਾ ਸ਼ੇਅਰ ਆ ਇਹ ਵਿਸ਼ੇ ਪੱਖੋਂ, ਵਿਚਾਰਧਾਰਾ ਪੱਖੋਂ ਸਮਾਜ ਲਈ ਚੰਗਾ ਹੈ ਜਾਂ ਮਾੜਾ ਹੈ, ਜਾਂ ਲੇਖਕ ਦਾ ਵਿਚਾਰ ਆ ਜਿਹੜਾ ਉਹ ਚੰਗਾ ਹੈ ਜਾਂ ਮਾੜਾ ਹੈ, ਅਪਣਾਉਣ ਯੋਗ ਆ ਜਾਂ ਨਹੀਂ। ਇੱਕ ਇਹ ਵਿਧੀ ਹੈ। ਦੂਜੀ ਜਿਹੜੀ ਵਿਧੀ ਹੈਗੀ ਆ ਉਹ ਅਸੀਂ ਹੈ ਕਿ ਗਜ਼ਲ ਦੇ ਕਾਵਕ ਪੱਖ ਵੱਲ ਜਾਂਦੇ ਹਾਂ, ਗਜ਼ਲ ਦੀਆਂ ਅਸੀਂ ਕਲਾਤਮਕ ਜੁਗਤਾਂ ਵੱਲ ਜਾਂਦੇ ਹਾਂ। ਅਤੇ ਕਲਾਤਮਕ ਜੁਗਤਾਂ ਵੱਲੋਂ ਵੀ ਜਿਹੜਾ ਇੱਕ ਪਸਾਰ ਆ ਉਹ ਇਸ ਗੱਲ ਵੱਲ ਜਾਂਦਾ ਹੈ ਕਿ ਗਜ਼ਲ ਵਿੱਚ ਕਿਹੜੇ ਪ੍ਰਤੀਕ ਵਰਤੇ ਗਏ ਨੇ, ਕਿਹੜੇ ਬਿੰਬ ਵਰਤੇ ਗਏ ਨੇ, ਉਹਨਾਂ ਬਿੰਬਾਂ, ਉਹਨਾਂ ਪ੍ਰਤੀਕਾਂ ਦੀ ਸਾਰਥਕਤਾ ਕੀ ਆ, ਉਹਦੇ ਨਾਲ ਇਹ ਗਜ਼ਲ ਵਧੇਰੇ ਖੂਬਸੂਰਤ ਕਿਵੇਂ ਬਣਦੀ ਆ, ਜਾਂ ਇਹ ਬਿੰਬ ਪ੍ਰਤੀਕ ਕਿਤੇ ਪਹਿਲਾਂ ਦੁਹਰਾਏ ਤਾਂ ਨਹੀਂ ਗਏ, ਜੇ ਦੁਹਰਾਏ ਗਏ ਨੇ ਤਾਂ ਇਹਨਾਂ ਦਾ ਅਰਥ ਕੀ ਆ, ਕਵੀ ਨੇ ਇਉਂ ਕਿਉਂ ਲਿਖਿਆ। ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਕਰਦੇ ਹਾਂ। ਪਰ ਇਹਨਾਂ ਗੱਲਾਂ ਦੇ ਨਾਲ ਨਾਲ ਹੀ ਅਸੀਂ ਇੱਕ ਹੋਰ ਪੱਖ ਵੀ ਆ ਕਿ ਜਿਹਦੇ ਵਿੱਚ ਬਹੁਤ ਜ਼ੋਰ ਦਿੱਤਾ ਜਾਂਦਾ ਹੈ, ਜਿਹੜੇ ਇਹ ਲੱਭਦੇ ਨੇ ਕਿ ਇਹ ਗਜ਼ਲ ਕਿਹੜੀ ਬਹਿਰ ਵਿੱਚ ਲਿਖੀ ਆ, ਜਿਸ ਬਹਿਰ ਦੇ ਵਿੱਚ ਲਿਖੀ ਆ ਕਿ ਉਸ ਬਹਿਰ ਦੇ ਇਹਦੇ ਅਨੁਸਾਰੀ ਆ ਇਹ, ਕਿ ਇਹਦਾ ਵਜ਼ਨ, ਇਹਦਾ ਤੋਲ, ਕੀ ਉਸ ਬਹਿਰ ਦੇ ਉੱਪਰ ਢੁਕਵਾਂ, ਕੀ ਗਜ਼ਲ ਦੇ ਵਿੱਚ ਕਿਤੇ ਸਖਤਾ ਤਾਂ ਨਹੀਂ ਪੈਂਦਾ, ਭਾਵ ਗਜ਼ਲ ਨੂੰ ਉਚਾਰਦਿਆਂ ਕਿਤੇ ਗਜ਼ਲ ਵਿੱਚ ਰੋਕ ਤਾਂ ਨਹੀਂ ਪੈਂਦੀ। ਇਹ ਇੱਕ ਵੱਖਰਾ ਪਸਾਰ ਆ।
ਇਹ ਇੱਕ ਆਪਣੇ ਆਪ ਦੇ ਵਿੱਚ ਵੱਖਰੀ ਕਲਾ ਹੈ ਜਿਹੜੀ ਇਸ ਚੀਜ਼ ਦੀ ਨਿਰਖ ਪਰਖ ਕਰਦੀ ਆ ਅਰੂਜ ਪੱਖੋਂ। ਤਾਂ ਸੋ ਇਹ ਗਜ਼ਲ ਦੇ ਜਦੋਂ ਅਸੀਂ ਅਧਿਐਨ ਕਰਨਾ ਕਿਸੇ ਗਜ਼ਲ ਦਾ ਤਾਂ ਤਿੰਨ ਸਾਡੇ ਕੋਲੇ ਉਹਦੇ ਪੱਖ ਬਣ ਜਾਂਦੇ ਆ। ਇੱਕ ਪੱਖ ਆ ਜਿਹੜਾ ਉਹਦਾ ਵਿਸ਼ੇ ਨੂੰ ਸਮਝਣਾ। ਵਿਸ਼ੇ ਨੂੰ ਸਮਝਣ ਦੇ ਲਈ ਸਾਨੂੰ ਉਹਦੇ ਸ਼ਬਦਾਂ ਦੇ ਅਰਥਾਂ ਦਾ ਪਤਾ ਹੋਣਾ ਚਾਹੀਦਾ, ਉਹਦੇ ਇਤਿਹਾਸਕ ਪ੍ਰਸੰਗਾਂ ਦਾ ਪਤਾ ਹੋਣਾ ਚਾਹੀਦਾ। ਤਾਂ ਦੂਸਰਾ ਜਿਹੜਾ ਪੱਖ ਹੈਗਾ ਕਿ ਉਹਦੀਆਂ ਜਿਹੜੀਆਂ ਆਮ ਸਾਂਝੀਆਂ ਜਿਹੜੀਆਂ ਨਜ਼ਮ ਨਾਲ ਵੀ ਅਤੇ ਰਵਾਈ ਨਾਲ ਵੀ ਅਤੇ ਹੋਰ ਕਵਿਤਾ ਦੇ ਰੂਪਾਂ ਨਾਲ ਵੀ ਸਾਂਝੀਆਂ ਜੁਗਤਾਂ ਨੇ, ਬਿੰਬਾਂ ਦੀਆਂ, ਪ੍ਰਤੀਕਾਂ ਦੀਆਂ, ਲੈਅ ਦੀਆਂ, ਤਾਲ ਦੀਆਂ, ਸ਼ਬਦਾਂ ਦੇ ਦੁਹਰਾਓ ਦੀਆਂ, ਅਲੰਕਾਰ ਦੀਆਂ, ਉਹ ਗੱਲਾਂ ਕਰਦੇ ਆ। ਅਤੇ ਜਿਹੜਾ ਅੱਗੋਂ ਫਿਰ ਇੱਕ ਪਸਾਰ ਆ ਉਹ ਅਰੂਜ ਨਾਲ ਸੰਬੰਧਿਤ ਆ। ਤਾਂ ਆਪਾਂ ਜਦੋਂ ਇਸ ਗਜ਼ਲ ਨੂੰ ਪੜ੍ਹਿਆ ਤਾਂ ਤੁਹਾਡੇ ਮਨ ਵਿੱਚ ਕੁਝ ਭਾਵ ਉਪਜੇ ਹੋਣਗੇ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਡੇ ਇਸ ਗਜ਼ਲ ਦੇ ਬਹਾਨੇ ਕਰਨਾ ਚਾਹੁੰਦਾ ਕਿ ਗਜ਼ਲ ਦਾ ਜਿਹੜਾ ਹਰ ਸ਼ੇਅਰ ਆ ਉਹ ਆਪਣੇ ਆਪ ਵਿੱਚ ਸੁਤੰਤਰ ਮੰਨਿਆ ਜਾਂਦਾ। ਗਜ਼ਲ ਦਾ ਜਿਹੜਾ ਹਰ ਸ਼ੇਅਰ ਉਹ ਆਪਣੇ ਆਪ ਵਿੱਚ ਸੁਤੰਤਰ ਹੁੰਦਾ। ਦੂਸਰੇ ਸ਼ੇਅਰਾਂ ਦੇ ਨਾਲ ਉਹ ਬਹਿਰ ਪੱਖੋਂ, ਕਾਫੀਏ ਪੱਖੋਂ, ਰਦੀਫ ਪੱਖੋਂ ਉਹ ਇੱਕ ਸਾਂਝ ਸਿਰਜਦਾ, ਰੂਪਕ ਦੀ ਸਰਚਨਾ ਦੀ ਸਾਂਝ ਸਿਰਜਦਾ ਹੈ। ਪਰ ਹਰ ਸ਼ੇਅਰ ਆ ਜਿਹੜਾ ਉਹ ਆਪਣੇ ਆਪ ਵਿੱਚ ਸੁਤੰਤਰ ਹੋ ਸਕਦਾ। ਜੇ ਤਾਂ ਹਰ ਸ਼ੇਅਰ ਆਪਣੇ ਆਪ ਦੇ ਵਿੱਚ ਸੁਤੰਤਰ ਆ ਤਾਂ ਫਿਰ ਤਾਂ ਅਸੀਂ ਉਸ ਗਜ਼ਲ ਨੂੰ ਕਹਿੰਦੇ ਹਾਂ ਕਿ ਇਹ ਗਜ਼ਲ ਆ ਜਿਹੜੀ ਉਹ ਗੈਰ ਮੁਸਲਸਲ ਆ। ਪਰ ਜੇ ਜਿਹੜਾ ਵਿਚਾਰ ਜਿਸ ਵਿਸ਼ੇ ਦੇ ਉੱਤੇ ਪਹਿਲਾ ਸ਼ੇਅਰ ਹੋਵੇ, ਦੂਜਾ ਸ਼ੇਅਰ ਵੀ ਉਸੇ ਉੱਤੇ ਹੋਵੇ, ਤੀਜਾ ਸ਼ੇਅਰ ਵੀ ਉਸੇ ਉੱਤੇ ਹੋਵੇ ਤਾਂ ਫਿਰ ਅਸੀਂ ਉਹਨੂੰ ਕਹਿੰਦੇ ਹਾਂ ਕਿ ਇਹ ਮੁਸਲਸਲ ਗਜ਼ਲ ਹੈਗੀ ਆ। ਮੁਸਲਸਲ ਮਤਲਬ ਅਰਥ ਲਗਾਤਾਰ, ਕਿ ਉਹ ਗਜ਼ਲ ਦੇ ਵਿੱਚ ਇੱਕੋ ਵਿਸ਼ਾ ਲਗਾਤਾਰ ਚੱਲ ਰਿਹਾ। ਤਾਂ ਇਹ ਤਾਂ ਦੋ ਢੰਗ ਨੇ ਕਿ ਅਸੀਂ ਜੇ ਗਜ਼ਲ ਦੇ ਵਿੱਚ ਨਾ ਕੇਵਲ ਇੱਕੋ ਵਿਸ਼ਾ ਹੀ ਚੱਲੇ ਸਗੋਂ ਉਹਦੀ ਸਰਚਨਾ ਦੀ ਵੀ ਸਾਂਝ ਹੋਵੇ ਤਾਂ ਉਹ ਮੁਸਲਸਲ ਗਜ਼ਲ ਆ। ਪਰ ਜੇ ਇੱਕ ਗਜ਼ਲ ਦੇ ਜਿਹੜੇ ਸ਼ੇਅਰ ਦਾ ਜਿਹੜਾ ਵਿਸ਼ਾ ਹੈ ਉਹ ਪਹਿਲੇ ਸ਼ੇਅਰ ਵਿੱਚ ਮੁਕੰਮਲ ਨਾ ਹੋਵੇ, ਦੂਜੇ ਸ਼ੇਅਰ ਵਿੱਚ ਚਲਿਆ ਜਾਵੇ ਤਾਂ ਫਿਰ ਅਸੀਂ ਉਸ ਨੂੰ ਗਜ਼ਲ ਨਹੀਂ ਕਹਿੰਦੇ। ਫਿਰ ਉਸ ਨੂੰ ਅਸੀਂ ਛੰਦਬੱਧ ਨਜ਼ਮ ਕਹਿ ਸਕਦੇ ਹਾਂ, ਫਿਰ ਅਸੀਂ ਉਸ ਨੂੰ ਗੀਤ ਕਹਿ ਸਕਦੇ ਹਾਂ, ਪਰ ਉਹ ਫਿਰ ਗਜ਼ਲ ਨਹੀਂ ਰਹਿੰਦੀ। ਗਜ਼ਲ ਲਈ ਹਰ ਸ਼ੇਅਰ ਆਪਣੇ ਆਪ ਵਿੱਚ ਮੁਕੰਮਲ ਹੋਣਾ ਜ਼ਰੂਰੀ ਹੈ। ਜੇ ਮੁਕੰਮਲ ਆ ਤਾਂ ਹੀ ਉਹ ਗਜ਼ਲ ਹੈਗੀ। ਹੁਣ ਹੈਰਾਨੀ ਵਾਲੀ ਗੱਲ ਆ ਕਿ ਇਸ ਜਿਹੜੀ ਗਜ਼ਲ ਹੈਗੀ ਆ, ਜੇ ਇਸ ਗਜ਼ਲ ਨੂੰ ਅਸੀਂ ਦੁਬਾਰਾ ਪੜ੍ਹੀਏ ਤਾਂ ਅਸੀਂ ਵੇਖਾਂਗੇ ਕਿ ਜਿਹੜੇ ਪਹਿਲੇ ਤਿੰਨ ਸ਼ੇਅਰ ਨੇ ਉਹ ਇੱਕੋ ਵਿਸ਼ੇ ਨਾਲ ਸੰਬੰਧਿਤ ਨੇ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਇਸ ਗਜ਼ਲ ਦੇ ਜਿਹੜੇ ਲਾਸਟ ਦੇ ਆਖਰ ਦੇ ਤਿੰਨ ਸ਼ੇਅਰ ਨੇ ਉਹ ਵਿਸ਼ੇ ਪੱਖੋਂ ਇੱਕ ਦੂਸਰੇ ਤੋਂ ਸੁਤੰਤਰ ਜੇ ਨਹੀਂ ਵੀ ਤਾਂ ਪਹਿਲੇ ਤਿੰਨਾਂ ਤੋਂ ਜ਼ਰੂਰ ਸੁਤੰਤਰ ਨੇ। ਤਾਂ ਇਉਂ ਫਿਰ ਬਾਅਦ ਦੇ ਵਿੱਚ ਗਜ਼ਲ ਜਾ ਕੇ ਜਿਹੜੀ ਇਹ ਗੈਰ ਮੁਸਲਸਲ ਬਣ ਜਾਂਦੀ ਆ। ਪਾਤਰ ਸਾਹਿਬ ਦਾ ਇੱਕ ਨਵਾਂ ਪ੍ਰਯੋਗ। ਚਲੋ ਹੁਣ ਅਸੀਂ ਦੂਸਰੇ ਪਾਸੇ ਵੱਲ ਆਉਣੇ ਆ ਕਿ ਅਸੀਂ ਇਹਦਾ ਪਹਿਲਾਂ ਮਤਲਬ ਪੜ੍ਹਦੇ ਹਾਂ ਕਿ ਮੈਂ ਨਿਸ ਦਿਨ ਸੋਚਦਾ ਰਹਿਣਾ, ਮੈਂ ਹਰ ਪਲ ਸੁਲਗਦਾ ਰਹਿਣਾ, ਮੈਂ ਗੌਤਮ ਹਾਂ ਅਤੇ ਬੁੱਧ ਹੋਣ ਖਾਤਰ ਤੜਪਦਾ ਰਹਿਣਾ। ਹੁਣ ਜਿਹੜੇ ਤਾਂ ਬੰਦੇ ਗਜ਼ਲ ਜਾਂ ਸਾਹਿਤ ਨੂੰ ਲਗਾਤਾਰ ਪੜ੍ਹਦੇ ਰਹਿੰਦੇ ਆ ਉਹਨਾਂ ਲਈ ਤਾਂ ਇਹਨਾਂ ਸ਼ਬਦਾਂ ਦੇ ਅਰਥਾਂ ਦੇ ਬਾਰੇ ਕੋਈ ਔਖਿਆਈ ਨਹੀਂ ਹੁੰਦੀ। ਪਰ ਜਿਹੜੇ ਵਿਦਿਆਰਥੀ ਆ ਉਹਨਾਂ ਲਈ ਪਹਿਲਾ ਹੀ ਸ਼ਬਦ ਆ ਜਿਹੜਾ ਮੈਂ ਨਿਸ ਦਿਨ ਸੋਚਦਾ ਰਹਿੰਦਾ, ਕਿ ਨਿਸ ਦਿਨ ਤੋਂ ਕੀ ਭਾਵ ਹੋ ਗਿਆ। ਤਾਂ ਨਿਸ ਦਿਨ ਅਸਲ ਦੇ ਵਿੱਚ ਹਰ ਰੋਜ਼ ਆ। ਨਿਸ ਦਿਨ ਅਸਲ ਦੇ ਵਿੱਚ ਐਵਰੀ ਡੇ ਆ। ਨਿਸ ਦਿਨ ਹਰ ਰੋਜ਼, ਜਿਹਨੂੰ ਅਸੀਂ ਕਹਿੰਦੇ ਆ ਕਿ 12 ਮਹੀਨੇ 30 ਦਿਨ, ਜਿਹਨੂੰ ਅਸੀਂ ਕਹਿੰਦੇ ਆ ਕਿ 24 ਘੰਟੇ 7 ਦਿਨ। ਇਹ ਅਸਲ ਦੇ ਵਿੱਚ ਉਹ ਗੱਲ ਆ ਕਿ ਮੈਂ ਨਿਸ ਦਿਨ ਸੋਚਦਾ ਰਹਿੰਦਾ, ਮੈਂ ਹਰ ਸਮੇਂ ਸੋਚਦਾ ਰਹਿੰਦਾ, ਮੈਂ ਹਰ ਸਮੇਂ ਸੋਚਦਾ ਰਹਿੰਦਾ। ਮੈਂ ਕੀ ਕਰਦਾ? ਹਰ ਸਮੇਂ ਸੋਚਦਾ ਰਹਿੰਦਾ। ਤਾਂ ਅਗਲਾ ਕੀ ਆ ਕਿ ਮੈਂ ਤੜਪਦਾ ਰਹਿੰਦਾ, ਮੈਂ ਹਰ ਪਲ ਸੋਚਦਾ ਰਹਿੰਦਾ, ਮੈਂ ਹਰ ਪਲ ਜਿਹੜਾ ਤੜਪਦਾ ਰਹਿੰਦਾ। ਮੈਂ ਗੌਤਮ ਹੁਣ ਜਿਹੜਾ ਅਗਲਾ ਪਹਿਲੀ ਗੱਲ ਹੈ ਇਹ ਤਾਂ ਬੜਾ ਹੀ ਸੌਖਾ ਲੱਗਦਾ। ਜਿਹੜੀ ਪਹਿਲੀ 70 ਆ ਉਹ ਤਾਂ ਬੜੀ ਸੌਖੀ ਲੱਗਦੀ ਹੈ ਕਿ ਠੀਕ ਆ ਬੰਦਾ ਸੋਚਦਾ ਰਹਿੰਦਾ, ਸੁਲਗਦਾ ਰਹਿੰਦਾ। ਦੂਸਰੀ ਜਿਹੜਾ ਲਾਈਨ ਹੈ ਇਸ ਮਤਲੇ ਦੀ ਉਹ ਧਿਆਨ ਮੰਗਦੀ ਹੈ ਕਿ ਮੈਂ ਗੌਤਮ ਹਾਂ, ਮੈਂ ਗੌਤਮ ਹਾਂ ਅਤੇ ਬੁੱਧ ਹੋਣ ਖਾਤਰ ਤੜਪਦਾ ਰਹਿੰਦਾ, ਕਿ ਇਸ ਤੋਂ ਕੀ ਭਾਵ। ਹੁਣ ਵੈਸੇ
ਜੇ ਤੁਸੀਂ ਦੁਬਾਰਾ ਕਿਤੇ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹਿਆ ਜਾਂ ਕਿਤੇ ਅਖਬਾਰ ਵਿੱਚ ਪੜ੍ਹਿਆ ਜਾਂ ਸੁਣਿਆ ਜਾਂ ਲੇਖ ਕਿਤੇ ਬੁੱਧ ਦਾ ਤੁਹਾਡੇ ਮਨ ਵਿੱਚ ਹੋਵੇ ਤਾਂ ਅਸੀਂ ਜਾਣਦੇ ਹਾਂ ਕਿ ਜਿਹੜਾ ਸਿਧਾਰਥ ਉਹਦਾ ਨਾਂ ਸੀ, ਗੌਤਮ ਕੁਲ ਦੇ ਵਿੱਚ ਪੈਦਾ ਹੋਇਆ। ਉਹਦੀ ਮਾਂ ਦਾ ਜਿਹੜੀ ਪਾਲਣ ਵਾਲੀ ਮਾਂ ਸੀ ਉਹਦਾ ਨਾਂ ਵੀ ਗੌਤਮੀ ਸੀਗਾ, ਗੌਤਮ ਗੋਤਰ 'ਚ ਪੈਦਾ ਹੋਇਆ, ਇਸ ਕਰਕੇ ਉਹ ਗੌਤਮ ਸੀ। ਗੌਤਮ ਜਾਂ ਸਿਧਾਰਥ ਉਹਦਾ ਮੁੱਢਲਾ ਨਾਂ ਸੀ। ਅਤੇ ਬੁੱਧ ਕਦੋਂ ਹੋਇਆ? ਜਦੋਂ ਬੁੱਧਤਵ ਨੂੰ ਪ੍ਰਾਪਤ ਹੋਇਆ। ਬੁੱਧਤਵ ਤੋਂ ਪ੍ਰਾਪਤ ਹੋਣ ਤੋਂ ਭਾਵ ਕਿ ਜਦੋਂ ਉਸ ਨੂੰ ਗਿਆਨ ਹੋਇਆ। ਆਪਾਂ ਜਾਣਦੇ ਹਾਂ ਕਿ ਉਸ ਨੂੰ ਬੌਧ ਗਿਆ ਦੇ ਵਿੱਚ ਜਿਹੜਾ ਗਿਆ ਉਹਦੇ ਵਿੱਚ ਇੱਕ ਦਰੱਖਤ ਦੇ ਹੇਠ ਉਹਨੂੰ ਗਿਆਨ ਪ੍ਰਾਪਤ ਹੋਇਆ ਸੀਗਾ। ਤਾਂ ਉਸ ਤੋਂ ਬਾਅਦ ਉਹ ਬੁੱਧ ਹੋ ਗਿਆ, ਜਿਹੜਾ ਬੁੱਧਤਵ ਨੂੰ ਪ੍ਰਾਪਤ ਹੋ ਗਿਆ, ਜਿਹੜਾ ਬੁੱਧੀ ਨੂੰ ਪ੍ਰਾਪਤ ਹੋ ਗਿਆ, ਜਿਹਨੂੰ ਗਿਆਨ ਹੋ ਗਿਆ, ਜਿਹਨੂੰ ਚਾਨਣ ਹੋ ਗਿਆ, ਜਿਹਨੂੰ ਸਾਰੀ ਸ੍ਰਿਸ਼ਟੀ ਸਮਝ ਆ ਗਈ, ਜਿਹਨੂੰ ਦੁਨੀਆ ਸਮਝ ਆ ਗਈ, ਜਿਹੜਾ ਗਿਆਨ ਨਾਲ ਚਾਨਣ ਹੋ ਗਿਆ, ਤਾਂ ਉਹ ਬੁੱਧ ਹੋ ਗਿਆ। ਤਾਂ ਹੁਣ ਪੜ੍ਹੋ ਦੁਬਾਰਾ ਇਸੇ ਮਤਲੇ ਨੂੰ ਕਿ ਮੈਂ ਨਿਸ ਦਿਨ ਸੋਚਦਾ ਰਹਿਣਾ, ਮੈਂ ਹਰ ਪਲ ਸੁਲਗਦਾ ਰਹਿਣਾ, ਮੈਂ ਗੌਤਮ ਹਾਂ ਅਤੇ ਬੁੱਧ ਹੋਣ ਖਾਤਰ ਤੜਪਦਾ ਰਹਿਣਾ। ਜਿਹੜਾ ਹੁਣ ਇਹਦੇ ਵਿੱਚ ਮੈਂ ਕੌਣ ਆ? ਤਾਂ ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਮੈਂ ਇਹ ਸੁਰਜੀਤ ਪਾਤਰ ਵੀ ਹੋ ਸਕਦਾ, ਪਰ ਸੁਰਜੀਤ ਪਾਤਰ ਨਹੀਂ। ਇਹ ਪਾਠਕ ਵੀ ਹੋ ਸਕਦਾ ਜਿਹੜਾ ਵੀ ਇਸ ਸ਼ੇਅਰ ਨੂੰ ਪੜ੍ਹਦਾ, ਪਰ ਇਹ ਕਾਵ ਨਾਇਕ ਵੀ ਹੋ ਸਕਦਾ ਕਿ ਮੈਂ ਨਿਸ ਦਿਨ ਸੋਚਦਾ ਰਹਿਣਾ, ਮੈਂ ਹਰ ਪਲ ਸੁਲਗਦਾ ਰਹਿਣਾ, ਮੈਂ ਗੌਤਮ ਹਾਂ ਅਤੇ ਬੁੱਧ ਹੋਣ ਖਾਤਰ ਤੜਪਦਾ ਰਹਿਣਾ। ਤਾਂ ਹੁਣ ਤੁਸੀਂ ਦੇਖੋ ਕਿ ਗੌਤਮ ਅਤੇ ਬੁੱਧ ਵੈਸੇ ਇੱਕੋ ਵਿਅਕਤੀ ਦੇ ਨਾਂ ਹੈ, ਪਰ ਗੌਤਮ ਤੋਂ ਬੁੱਧ ਹੋਣਾ ਜਿਹੜਾ ਉਹ ਇੱਕ ਆਮ ਰਾਜੇ ਤੋਂ, ਇੱਕ ਆਮ ਰਾਜੇ ਦੇ ਪੁੱਤਰ ਤੋਂ, ਇੱਕ ਆਮ ਵਿਅਕਤੀ ਤੋਂ ਕੀ ਬਣਨਾ? ਬੁੱਧ ਬਣਨਾ। ਹੁਣ ਜਿਹੜਾ ਦੂਜਾ ਸ਼ੇਅਰ ਆ ਉਹ ਜਿਹੜਾ ਇਹਦਾ ਪਹਿਲਾ ਸ਼ੇਅਰ ਹੈ, ਗਜ਼ਲ ਦਾ ਪਹਿਲਾ ਸ਼ੇਅਰ ਹੈ, ਤਾਂ ਮਤਲਬ ਸੀਗਾ ਉਹਨੂੰ ਧਿਆਨ ਨਾਲ ਦੇਖੋ ਕਿ ਸਜਾਤਾ ਦਾ ਕਟੋਰਾ ਵਣ ਦੇ ਵਿੱਚ ਮਨਜ਼ੂਰ ਸੀ ਮੈਨੂੰ, ਮੈਂ ਪਰ ਬੋਧੀ ਮੱਠਾਂ ਵਿੱਚ ਉਸ ਨੂੰ ਆਉਣੋਂ ਵਰਜਦਾ ਰਹਿਣਾ। ਸਜਾਤਾ ਦਾ ਕਟੋਰਾ ਵਣ ਦੇ ਵਿੱਚ ਮਨਜ਼ੂਰ ਸੀ ਮੈਨੂੰ। ਹੁਣ ਇਸ ਦਾ ਤੁਸੀਂ ਸਿੱਧਾ ਅਰਥ ਨਹੀਂ ਕਿ ਸਮਝਦੇ ਕਿ ਸਜਾਤਾ ਕੌਣ, ਸਜਾਤਾ ਦਾ ਕਟੋਰਾ ਕੌਣ, ਵਣ ਦੇ ਵਿੱਚ ਆਉਣ ਦਾ ਕੀ ਅਰਥ। ਪਰ ਫਿਰ ਤੁਸੀਂ ਜੇ ਬੁੱਧ ਵੱਲ ਜੁੜਦੇ ਹਾਂ, ਬੁੱਧ ਦੀ ਜੀਵਨ ਨਾਲ ਜੁੜਦੇ ਹਾਂ, ਤਾਂ ਅਸੀਂ ਜਾਣਦੇ ਹਾਂ ਕਿ ਗੌਤਮ ਜਦੋਂ ਸਿਧਾਰਥ ਜਦੋਂ ਘਰੋਂ ਨਿਕਲਿਆ ਤਾਂ ਕੀ ਕਾਰਨ ਨਿਕਲਿਆ ਉਹ ਤੁਸੀਂ ਸਾਰੇ ਜਾਣਦੇ ਹਾਂ ਕਿ ਉਹਨੇ ਕਿ ਬਜ਼ੁਰਗ ਆਦਮੀ ਦੇਖ ਲਿਆ, ਬਿਮਾਰ ਆਦਮੀ ਦੇਖ ਲਿਆ, ਮੌਤ ਦੇਖ ਲਈ, ਤਾਂ ਉਹਦਾ ਜਿਹੜਾ ਚਿੱਤ ਆ ਦੁਨੀਆ ਤੋਂ ਵਿਰਕਤ ਹੋ ਗਿਆ, ਦੁਨੀਆ ਤੋਂ ਉਹ ਉਦਾਸ ਹੋ ਗਿਆ। ਉਹ ਚੱਲ ਪਿਆ ਕਿ ਮੈਨੂੰ ਇਹ ਦੁੱਖਾਂ ਦਾ ਕੋਈ ਕਾਰਨ ਲੱਭਣਾ ਚਾਹੀਦਾ। ਉਹਨੇ ਦੁੱਖਾਂ ਦਾ ਕਾਰਨ ਲੱਭ ਲਿਆ ਅਖੀਰ ਕਿ ਦੁੱਖਾਂ ਦਾ ਕਾਰਨ ਆ ਜਿਹੜਾ ਉਹ ਹੈਗਾ ਕਿ ਹਰੇਕ ਦੁੱਖ, ਹਰੇਕ ਦੁਨੀਆ 'ਚ ਚੀਜ਼ ਦਾ ਕੋਈ ਕਾਰਨ ਹੈ। ਜੇ ਕਾਰਨ ਦੂਰ ਕਰ ਦਈਏ ਤਾਂ ਉਹ ਚੀਜ਼ ਦੂਰ ਹੋ ਜਾਂਦੀ ਆ। ਸੋ ਦੁੱਖਾਂ ਦਾ ਵੀ ਕੋਈ ਕਾਰਨ ਹੈ, ਜੇ ਦੁੱਖਾਂ ਦਾ ਕਾਰਨ ਦੂਰ ਕਰ ਦਾਂਗੇ ਤਾਂ ਦੁੱਖ ਦੂਰ ਹੋ ਜਾਣਗੇ। ਦੁੱਖਾਂ ਦਾ ਕਾਰਨ ਆ ਜਿਹੜਾ ਉਹ ਹੈਗਾ ਸਾਡੀਆਂ ਤ੍ਰਿਸ਼ਨਾਵਾਂ, ਸਾਡੀਆਂ ਕਾਮਨਾਵਾਂ, ਸਾਡੀਆਂ ਲਾਲਸਾਵਾਂ, ਸਾਡੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹਨਾਂ ਨੂੰ ਅਸੀਂ ਤ੍ਰਿਸ਼ਨਾਵਾਂ ਕਹਿੰਦੇ ਨੇ। ਤਾਂ ਇਹ ਗਿਆਨ ਉਹਨੂੰ ਕਿਦੋਂ ਪ੍ਰਾਪਤ ਹੋਇਆ? ਗਿਆਨ ਉਹਨੂੰ ਪ੍ਰਾਪਤ ਹੋਇਆ ਕਿ ਜਦੋਂ ਘਰੋਂ ਨਿਕਲ ਗਿਆ ਅਤੇ ਉਹ ਜਿਹਨੂੰ ਕਹਿ ਸਕਦੇ ਹਾਂ ਕਿ ਕਠਿਨ ਸਾਧਨਾ ਕਰਦਾ ਸੀਗਾ, ਉਹਨੇ ਖਾਣਾ ਪੀਣਾ ਛੱਡਤਾ, ਬੈਠਾ ਰਿਹਾ ਇੱਕ ਦਰੱਖਤ ਦੇ ਥੱਲੇ, ਬੈਠਾ ਸਰੀਰ ਕਰੰਗ ਹੋ ਗਿਆ। ਤਾਂ ਉਸ ਸਮੇਂ ਇੱਕ ਸਜਾਤਾ ਨਾਂ ਦੀ ਜਿਹੜੀ ਔਰਤ ਆ ਉਹ ਜਿਹਨੂੰ ਕਹਿੰਦੇ ਆ ਕਿ ਖੀਰ ਬਣਾ ਕੇ ਲਿਆਈ, ਕਟੋਰਾ ਖੀਰ ਦਾ ਲੈ ਕੇ ਆਈ। ਤਾਂ ਉਹ ਆਪਣੇ ਕਿਸੇ ਢੰਗ ਨਾਲ ਆਈ ਹੋਵੇਗੀ, ਚਾਹੇ ਉਹਨੇ ਇਹ ਸੋਚਿਆ ਕਿ ਇਹ ਰਿਖੀ ਜਾਂ ਇਹ ਜਿਹੜਾ ਤਪੱਸਵੀ ਆ ਇਹ ਭੁੱਖਾ ਮਰ ਰਿਹਾ, ਮੈਂ ਇਸ ਨੂੰ ਭੋਜਨ ਦੇ ਆਵਾਂ। ਇਹ ਵੀ ਹੋ ਸਕਦਾ ਹੈ ਕਿ ਉਹ ਪਿੱਪਲ ਜਾਂ ਬੋਹੜ ਜਿਸ ਚੀਜ਼ ਦਾ ਵੀ ਉਹ ਦਰੱਖਤ ਸੀਗਾ ਉਸ ਨੂੰ ਪੂਜਣ ਆਈ ਹੋਵੇ ਅਤੇ ਉਸ ਨੇ ਸਮਝਿਆ ਕਿ ਕਿਤੇ ਰਿਸ਼ੀ ਦੇਵ ਬੈਠਾ। ਕੁਝ ਬਹੁਤ ਜਾਤਕ ਕਥਾਵਾਂ ਦੇ ਵਿੱਚ ਇਹ ਗੱਲ ਵੀ ਆਉਂਦੀ ਹੈ। ਅਤੇ ਉਹਨੇ ਉਹਦੇ ਅੱਗੇ ਕਟੋਰਾ ਰੱਖਿਆ ਅਤੇ ਉਹਨੇ ਉਸ ਕਟੋਰੇ ਵਿੱਚੋਂ ਖੀਰ ਖਾ ਲਈ ਅਤੇ ਸਰੀਰ ਵਿੱਚ ਜਾਨ ਆ ਗਈ, ਤਾਜ਼ਗੀ ਆ ਗਈ, ਅਤੇ ਉਦੋਂ ਹੀ ਉਹਨੂੰ ਗਿਆਨ ਹੋ ਗਿਆ। ਅਤੇ ਉਹ ਗਿਆਨ ਕੀ ਹੋਇਆ? ਉਹ ਗਿਆਨ ਤਾਂ ਆਪਾਂ ਜਾਣਦੇ ਹਾਂ ਕਿ ਅਸ਼ਟਾਂਗ ਮਾਰਗ ਆ, ਅਤੇ ਉਹਦਾ ਜਿਹੜਾ ਮੂਲ ਇਹ ਆ ਕਿ ਨਾ ਤਾਂ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਕਿਸੇ ਚੀਜ਼ ਵਿੱਚ ਖਚਤ ਹੋਣਾ ਚਾਹੀਦਾ ਅਤੇ ਨਾ ਹੀ ਛੱਡ ਦੇਣਾ ਚਾਹੀਦਾ। ਉਹਦੇ ਬਾਰੇ ਵੀ ਇੱਕ ਸਟੋਰੀ ਹੈਗੀ ਹੈ ਕਿ ਇਹ ਗਿਆਨ ਬੁੱਧ ਨੂੰ ਕੁਝ ਇਸ ਤਰ੍ਹਾਂ ਹੋਇਆ ਕਿ ਇੱਕ ਦੋ ਤਾਰਾ ਵਾਲਾ ਜਿਹੜਾ ਵਿਅਕਤੀ ਆ ਉਹ ਤਾਰਾ ਵਜਾਉਂਦਾ ਜਾਂਦਾ ਸੀ, ਸਰੰਗੀ ਵਜਾਉਂਦਾ ਜਾਂਦਾ ਸੀ। ਕੁਝ ਲੋਕ ਕਹਿੰਦੇ ਆ ਕਿ ਉਸ ਤੋਂ ਉਹਨੂੰ ਪਤਾ ਲੱਗਿਆ ਕਿ ਜੇ ਜ਼ਿੰਦਗੀ ਦੀਆਂ ਤਾਰਾਂ ਬਹੁਤ ਕੱਸੀਆਂ ਹੋਣ ਤਾਂ ਟੁੱਟ ਜਾਂਦੀਆਂ, ਜੇ ਢਿੱਲੀਆਂ ਹੋਣ ਤਾਂ ਸੁਰ ਨਹੀਂ ਨਿਕਲਦੀ। ਸੁਰ ਲਈ ਜਿਹੜੀ ਜ਼ਿੰਦਗੀ ਦੀ ਤਾਰ ਆ ਉਹ ਖਾਸ ਮਾਤਰਾ ਦੇ ਵਿੱਚ ਖਿੱਚੀ ਹੋਣੀ ਚਾਹੀਦੀ ਹੈ, ਇਹੀ ਮੱਧ ਮਾਰਗ ਆ। ਇਹ ਗਿਆਨ ਜਦੋਂ ਹੋਇਆ ਉਦੋਂ ਬਾਅਦ ਉਹ ਗੌਤਮ ਤੋਂ ਬੁੱਧ ਹੋ ਗਿਆ। ਪਰ ਇਹ ਗਿਆਨ ਹੋਇਆ ਕਦੋਂ? ਜਦੋਂ ਸਜਾਤਾ ਖੀਰ ਦਾ ਕਟੋਰਾ ਲੈ ਕੇ ਆਈ।
ਹੁਣ ਇੱਥੇ ਸਜਾਤਾ ਸਜਾਤਾ ਨਹੀਂ ਰਹਿੰਦੀ, ਇੱਕ ਇਤਿਹਾਸਿਕ ਪਾਤਰ ਆ। ਸਜਾਤਾ ਸਜਾਤਾ ਨਹੀਂ, ਸਜਾਤਾ ਇੱਥੇ ਔਰਤ ਜਗਤ ਦੀ ਪ੍ਰਤੀਨਿਧ ਬਣ ਜਾਂਦੀ ਹੈ। ਸਜਾਤਾ ਦਾ ਕਟੋਰਾ ਵਣ ਦੇ ਵਿੱਚ ਮਨਜ਼ੂਰ ਸੀ ਮੈਨੂੰ, ਪਰ ਮੈਂ ਬੋਧੀ ਮੱਠਾਂ ਵਿੱਚ ਉਸ ਨੂੰ ਆਉਣੋਂ ਵਰਜਦਾ ਰਹਿਣਾ। ਮੈਂ ਬੋਧੀ ਮੱਠਾਂ ਵਿੱਚ ਉਸ ਨੂੰ ਆਉਣੋਂ ਵਰਜਦਾ ਰਹਿਣਾ। ਤਾਂ ਜਦੋਂ ਮਹਾਤਮਾ ਬੁੱਧ ਨੇ ਆਪਣੇ ਵਿਚਾਰਾਂ ਦੇ ਪ੍ਰਚਾਰ ਦੇ ਲਈ ਪ੍ਰਚਾਰ ਸ਼ੁਰੂ ਕੀਤਾ ਤਾਂ ਬੁੱਧ ਮੱਠਾਂ ਦੀ ਸਥਾਪਨਾ ਕੀਤੀ। ਤਾਂ ਉਹਨਾਂ ਬੁੱਧ ਮੱਠਾਂ ਦੇ ਵਿੱਚ ਜਿਹੜਾ ਔਰਤ ਨੂੰ ਪਹਿਲਾਂ ਇਜਾਜ਼ਤ ਨਹੀਂ ਸੀ, ਇਹ ਬਹੁਤ ਬਾਅਦ ਦੇ ਵਿੱਚ ਇਜਾਜ਼ਤ ਦਿੱਤੀ। ਤਾਂ ਉਹ ਕਹਿੰਦਾ ਹੈ ਕਿ ਮੈਂ ਬੋਧੀ ਮੱਠਾਂ ਵਿੱਚ ਉਸ ਨੂੰ ਵਰਜਦਾ ਰਹਿਣਾ। ਇਹਦਾ ਭਾਵ ਕਿ ਚਾਹੇ ਮਹਾਤਮਾ ਬੁੱਧ ਹੀ ਹੋਵੇ, ਉਹਦੇ ਵੀ ਮਨ ਵਿੱਚ ਇਹ ਸੀ ਕਿ ਕਿਤੇ ਨਾ ਕਿਤੇ ਜਿਹੜੀ ਔਰਤ ਆ ਉਹ ਮਨੁੱਖੀ ਮੁਕਤੀ ਦੇ ਮਾਰਗ ਵਿੱਚ, ਸਾਧਨਾ ਦੇ ਵਿੱਚ ਅੜਿੱਕਾ ਡਾਉਂਦੀ ਆ। ਅਤੇ ਇਹ ਵਿਚਾਰ ਮਰਦ ਪ੍ਰਧਾਨ ਮਰਦਾਵੀ ਸੋਚ ਦਾ ਵਿਚਾਰ ਆ, ਜਗੀਰਦਾਰੀ ਦੌਰ ਦਾ ਵਿਚਾਰ ਆ। ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਇਹ ਹਾਜ਼ਰ ਆ ਜਾਂ ਇਹ ਚੱਲਦਾ ਰਹਿੰਦਾ। ਇਹ ਗੱਲ ਇਕੱਲੀ ਬੁੱਧ ਵਿੱਚ ਵੀ ਨਹੀਂ ਆ। ਹੈਰਾਨੀ ਵਾਲੀ ਗੱਲ ਹੈਗੀ ਆ ਕਿ ਹਿੰਦੂ ਮਤ ਦੇ ਵਿੱਚ ਤਾਂ ਹੈ ਹੀ ਹੈ, ਉਹਦੇ ਵਿੱਚ ਤਾਂ ਬਹੁਤ ਸਾਰੇ ਅਜਿਹੇ ਵਿਚਾਰ ਤੁਲਸੀਦਾਸ ਤੱਕ ਮਿਲਦੇ ਆ ਕਿ ਜਿਹਦੇ ਵਿੱਚ ਔਰਤ ਨੂੰ ਨਿੰਦਿਆ ਗਿਆ ਹੈਗਾ। ਨਾਥ ਜੋਗੀਆਂ ਨੇ ਔਰਤ ਨੂੰ ਨਿੰਦਿਆ। ਹਾਂ, ਗੁਰੂ ਨਾਨਕ ਪਾਤਸ਼ਾਹ ਨੇ ਜ਼ਰੂਰ ਇੱਕ ਗੱਲ ਕਹੀ ਸੀਗੀ, ਤਾਂ ਉਹ ਵਾਕ ਆ ਜਿਹੜਾ ਬਹੁਤ ਦੁਹਰਾਇਆ ਜਾਂਦਾ ਕਿ ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾਨ, ਕਿ ਅਸੀਂ ਭੰਡ ਭਾਵ ਔਰਤ ਨੂੰ ਕਿਉਂ ਨਿੰਦੀਏ, ਕਿਉਂਕਿ ਅਸੀਂ ਤਾਂ ਉਹਦੇ ਕੁੱਖੋਂ ਪੈਦਾ ਹੋਏ ਹਾਂ, ਉਹਦੇ ਪੇਟੋਂ ਪੈਦਾ ਹੋਏ ਹਾਂ। ਇਸ ਦੇ ਬਾਵਜੂਦ ਇਹ ਸਿਧਾਂਤ ਆ ਸਾਡਾ, ਅਤੇ ਸਿੱਖ ਧਰਮ ਦੇ ਵਿੱਚ ਸਿਧਾਂਤਾਂ ਦੀ ਪਾਲਣਾ ਵੀ ਕੀਤੀ ਜਾਂਦੀ ਹੈ। ਪਰ ਇਸ ਦੇ ਬਾਵਜੂਦ ਅਸੀਂ ਇਹ ਵੀ ਵੇਖਦੇ ਹਾਂ ਕਿ ਵਿਵਹਾਰ ਵਿੱਚ ਹਜੇ ਵੀ ਬਹੁਤ ਸਾਰੀਆਂ ਸਮੱਸਿਆਵਾਂ। ਉਦਾਹਰਨ ਵਜੋਂ ਇੱਕ ਬਹੁਤ ਗੱਲ ਆ ਜਿਹੜੀ ਉਹ ਕਿਉਂਕਿ ਮੀਡੀਆ 'ਚ ਆਈ, ਬਹੁਤ ਪ੍ਰਸਿੱਧ ਹੋਈ ਸੀਗੀ, ਜਾਂ ਕਹਿ ਲਓ ਕਿ ਚਰਚਾ 'ਚ ਆਈ ਸੀ ਕਿ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੇ ਬੀੜ ਰੱਖੀ ਹੁੰਦੀ ਆ, ਜਿਹਦੇ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੋਂ ਪਾਠ ਕੀਤਾ ਜਾਂਦਾ, ਉਸ ਦਾ ਰੋਜ਼ ਸੁੱਖ ਆਸਣ ਕਰਵਾਇਆ ਜਾਂਦਾ, ਅਤੇ ਸਵੇਰੇ ਫਿਰ ਸੁੱਖ ਆਸਣ ਵਾਲੇ ਥਾਂ ਤੋਂ ਲਿਜਾ ਕੇ ਉਸ ਨੂੰ ਦੁਬਾਰਾ ਸਥਾਪਿਤ ਕੀਤਾ ਜਾਂਦਾ। ਅਤੇ ਉਸ ਸਮੇਂ ਜਿਹੜੀ ਆ ਉਹ ਪਾਲਕੀ ਦੇ ਵਿੱਚ ਉਹਨਾਂ ਨੂੰ ਰੱਖ ਕੇ ਲਿਜਾਇਆ ਜਾਂਦਾ, ਅਤੇ ਉਹ ਪਾਲਕੀ ਆ ਜਿਹੜੀ ਉਸ ਨੂੰ ਮੋਢਾ ਦੇਣ ਦਾ ਇੱਕ ਸਵਾਬ ਮੰਨਿਆ ਜਾਂਦਾ, ਪੁੰਨ ਮੰਨਿਆ ਜਾਂਦਾ, ਜਾਂ ਉਹਨੂੰ ਇੱਕ ਰਸਮ ਹੈ, ਇੱਕ ਚੰਗੀ ਰਸਮ ਮੰਨੀ ਜਾਂਦੀ ਆ। ਲੋਕ ਉਹਨੂੰ ਮੋਢਾ ਦੇਣਾ ਚਾਹੁੰਦੇ ਆ, ਪਰ ਔਰਤ ਨਹੀਂ ਉਹਨੂੰ ਮੋਢਾ ਦੇ ਸਕਦੀ। ਇੱਕ ਵਾਰ ਇੱਕ ਔਰਤ ਨੇ ਮੋਢਾ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਧੱਕਾ ਮਾਰ ਕੇ ਸਿੱਟ ਦਿੱਤਾ ਗਿਆ ਸੀ। ਕੋਈ ਵਿਦੇਸ਼ ਦੇ ਵਿੱਚੋਂ ਆਈ ਸੀਗੀ ਔਰਤ, ਤਾਂ ਉਦੋਂ ਇਹ ਖਬਰ ਬਹੁਤ ਚਰਚਾ ਦਾ ਕੇਂਦਰ ਬਣੀ ਸੀ। ਪਰ ਹਜੇ ਤੱਕ ਵੀ ਕੁਝ ਥਾਵਾਂ 'ਤੇ ਔਰਤਾਂ ਨੂੰ ਇਸ ਤਰ੍ਹਾਂ ਪਿੱਛੇ ਰੱਖਿਆ ਜਾਂਦਾ। ਭਾਵੇਂ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਆ ਜਿਹੜੀ ਉਹ ਬੀਬੀ ਜਗੀਰ ਕੌਰ ਆ, ਇਸ ਦੇ ਬਾਵਜੂਦ ਵੀ ਜਿਹੜੀ ਇਸ ਪ੍ਰਥਾ ਦੇ ਵਿੱਚ ਐਨ ਲਿਖਤੀ ਰੂਪ ਵਿੱਚ ਜਾਂ ਇਹ ਕਹਿ ਦਿੱਤਾ ਜਾਵੇ ਕਿ ਹੁਣ ਪਾਲਕੀ ਨੂੰ ਔਰਤਾਂ ਵੀ ਮੋਢਾ ਦੇਣਗੀਆਂ, ਇਹ ਗੱਲ ਸੰਭਵ ਬਣਾਈ ਨਹੀਂ ਗਈ, ਹਜੇ ਹੋ ਨਹੀਂ ਸਕੀ। ਇਸ ਦੇ ਬਾਵਜੂਦ ਕਿ ਨਾਨਕ ਪਾਤਸ਼ਾਹ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਇਹਦੇ ਪੱਖ ਵਿੱਚ ਨੇ। ਤਾਂ ਸੋ ਇਹ ਇੱਕ ਸ਼ਨੀ ਮੰਦਰ ਦੇ ਵਿੱਚ ਪ੍ਰਵੇਸ਼ ਦੀ ਕਿੰਨੀ ਸਮੱਸਿਆ ਆਈ ਆ। ਦੱਖਣੀ ਭਾਰਤ ਦੇ ਵਿੱਚ ਸ਼ਨੀ ਮੰਦਰ ਦੇ ਵਿੱਚ ਔਰਤਾਂ ਨੂੰ ਪ੍ਰਵੇਸ਼ ਨਹੀਂ ਕਰਨ ਦਿੱਤਾ। ਉਹਨਾਂ ਨੇ ਅਦਾਲਤ ਨਾਲ ਹੁਕਮ ਵੀ ਲੈ ਆਂਦਾ, ਪਰ ਅਦਾਲਤ ਦੇ ਹੁਕਮ ਨੂੰ ਪੁਜਾਰੀਆਂ ਨੇ ਮੰਨਣ ਤੋਂ ਇਨਕਾਰ ਕਰਤਾ। ਤਾਂ ਇਹ ਕੀ ਹੈਗਾ ਕਿ ਅਸੀਂ ਔਰਤ ਦੇ ਪੇਟੋਂ ਪੈਦਾ ਹੋ ਕੇ ਔਰਤ ਨੂੰ ਆਪਣੀ ਮੁਕਤੀਦਾਤਾ ਮੰਨਣ ਦੀ ਬਜਾਏ ਆਪਣੀ ਜੰਜੀਰ ਮੰਨ ਲੈਂਦੇ ਆ। ਇਸ ਗੱਲ ਉੱਤੇ ਜਿਹੜਾ ਸਾਡਾ ਸ਼ਾਇਰ ਆ ਉਹ ਵਿਅੰਗ ਕਰਦਾ ਕਿ ਸਜਾਤਾ ਦਾ ਕਟੋਰਾ ਵਣ ਦੇ ਵਿੱਚ ਮਨਜ਼ੂਰ ਸੀ ਮੈਨੂੰ, ਮੈਂ ਪਰ ਬੋਧੀ ਮੱਠਾਂ ਵਿੱਚ ਉਸ ਨੂੰ ਆਉਣੋਂ ਵਰਜਦਾ ਰਹਿਣਾ। ਤਾਂ ਜਿਹੜੀ ਅਗਲਾ ਸ਼ੇਅਰ ਆ ਉਹ ਵੀ ਇਹਦਾ ਦੇਖੋ ਕਿ ਅਬਾਰਤ ਮੈਂ ਨਹੀਂ ਕੋਈ ਸ਼ਿਲਾ ਲੇਖੀ ਲਿਖੀ ਹੋਈ, ਮੈਂ ਹਾਂ ਇੱਕ ਬਣ ਰਿਹਾ ਫਿਕਰਾ ਜੋ ਅਕਸਰ ਬਦਲਦਾ ਰਹਿਣਾ। ਤਾਂ ਇਹ ਅਸੀਂ ਜਾਣਦੇ ਹਾਂ ਕਿ ਜਦੋਂ ਬੁੱਧ ਮੱਤ ਦਾ ਪ੍ਰਚਾਰ ਹੁੰਦਾ ਅਤੇ ਉਹਦੇ ਜਿਹੜੇ 8 ਅਸੂਲ ਨੇ, ਜਿਹੜਾ ਅਸ਼ਟਾਂਗ ਮਾਰਗ ਆ ਉਹ, ਅਤੇ ਜਿਹੜੇ ਉਹਦੇ 4 ਸਚਾਈਆਂ ਨੇ ਉਹ ਪੱਥਰਾਂ 'ਤੇ ਖਣਵਾ ਕੇ ਥਾਂ ਥਾਂ 'ਤੇ ਲਿਖੀਆਂ ਗਈਆਂ। ਅਬਾਰਤ ਮੈਂ ਨਹੀਂ ਕੋਈ ਸ਼ਿਲਾ ਲੇਖੀ ਲਿਖੀ ਹੋਈ, ਕਹਿੰਦਾ ਮੇਰੀ ਕਵੀ ਕਹਿ ਰਿਹਾ ਕਿ ਮੇਰੀ ਕੋਈ ਵੀ ਇਬਾਰਤ ਇਹੋ ਜਿਹੀ ਨਹੀਂ ਕਿ ਜਿਹੜੀ ਚਿਰ ਸਥਾਈ ਹੋਵੇ। ਮੈਂ ਹਾਂ ਇੱਕ ਬਣ ਰਿਹਾ ਫਿਕਰਾ ਜੋ ਅਕਸਰ ਬਦਲਦਾ ਰਹਿਣਾ। ਅਤੇ ਜਿਹੜਾ ਪਰਿਵਰਤਨ ਆ ਉਹ ਜ਼ਿੰਦਗੀ ਦਾ ਨਿਯਮ ਹੈ। ਇੱਥੋਂ ਤੱਕ ਕਿ ਮਹਾਤਮਾ ਬੁੱਧ ਬਾਰੇ ਵੀ ਇਹ ਕਿਹਾ ਜਾਂਦਾ ਕਿ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਪਰਿਵਰਤਨ ਆ ਜਿਹੜਾ ਕੁਦਰਤ ਦਾ ਨਿਯਮ ਆ। ਅਤੇ ਇਹ ਗੱਲ ਅਕਸਰ ਬੁੱਧ ਮਤ ਦੀ ਇੱਕ ਸ਼ਾਖਾ ਦੇ ਵਿੱਚ ਬਹੁਤ ਮਸ਼ਹੂਰ ਹੈਗੀ ਆ ਕਿ ਤੁਸੀਂ ਇੱਕੋ ਨਦੀ ਦੇ ਵਿੱਚ 2 ਵਾਰ ਪੈਰ ਨਹੀਂ ਪਾ ਸਕਦੇ। ਜਦੋਂ ਤੁਸੀਂ ਦੂਜੀ ਵਾਰ ਪੈਰ ਪਾਉਣੇ ਆ ਉਨੀ ਦੇਰ ਪਾਣੀ ਹੋਰ ਹੁੰਦਾ, ਉਹ ਪਾਣੀ ਲੰਘ ਚੁੱਕਿਆ ਹੁੰਦਾ, ਤੁਹਾਨੂੰ ਲੱਗਦਾ ਕਿ ਮੈਂ ਉਸੇ ਨਦੀ ਵਿੱਚ ਪੈਰ ਪਾ ਰਿਹਾ। ਅਬਾਰਤ ਮੈਂ ਨਹੀਂ ਕੋਈ ਸ਼ਿਲਾ ਲੇਖੀ ਲਿਖੀ ਹੋਈ, ਮੈਂ ਹਾਂ ਇੱਕ ਬਣ ਰਿਹਾ ਫਿਕਰਾ ਜੋ ਅਕਸਰ ਬਦਲਦਾ ਰਹਿਣਾ, ਅਕਸਰ ਬਦਲਦਾ ਰਹਿਣਾ। ਤਾਂ ਇੱਥੋਂ ਸਾਨੂੰ ਜ਼ਾਹਰ ਹੈ ਕਿ ਕਵੀ ਆਪਣੇ ਆਪ ਬਾਰੇ ਇਹ ਕਹਿ ਰਿਹਾ ਕਿ ਮੈਂ ਪਰਿਵਰਤਨਸ਼ੀਲ ਬੰਦਾ, ਬਦਲ ਰਿਹਾ, ਮੈਂ ਪਰਿਵਰਤਨ ਹੋ ਰਿਹਾ।
ਇਹ ਤਿੰਨੇ ਸ਼ੇਅਰ ਆ ਜਿਹੜੇ ਇਹਨਾਂ ਦੇ ਕਿਤੇ ਪਿਛੋਕੜ ਵਿੱਚ ਬੁੱਧ ਮੱਤ ਜਾਂ ਬੁੱਧ ਨਾਲ ਜੁੜੀਆਂ ਗੱਲਾਂ ਨੇ ਜਾਂ ਬੁੱਧ ਦੇ ਜੀਵਨ ਨਾਲ ਜੁੜੀਆਂ ਗੱਲਾਂ। ਹੁਣ ਜੇ ਅਸੀਂ ਅਗਲੀ ਗੱਲ ਤੇ ਆਈਏ ਕਿ ਜਿਹੜਾ ਅਗਲਾ ਸ਼ੇਅਰ ਹੈ ਕਿ ਮਿਲੇ ਇਸ ਮੋੜ ਤੇ ਪੂਰਬ ਤੇ ਅਗਲੇ ਮੋੜ ਤੇ ਪੱਛਮ, ਮੈਂ ਦਿਨ ਵਿੱਚ ਕਿੰਨੀ ਵਾਰ ਉਗਮਦਾ ਤੇ ਅਸਤਦਾ ਰਹਿਣਾ। ਅਸਲ ਦੇ ਵਿੱਚ ਤਾਂ ਪਹਿਲਾਂ ਤੋਂ ਹੀ ਇਹ ਪਰਿਵਰਤਨ ਦੀ ਜਿਹੜੀ ਗੱਲ ਉਹ ਅੱਗੇ ਫਿਰ ਬਣਦੀ ਹੈ ਕਿ ਪੂਰਬ ਤੇ ਪੱਛਮ ਮਿਲਦੇ ਰਹਿੰਦੇ ਨੇ, ਮੈਂ ਦਿਨ ਵਿੱਚ ਕਿੰਨੇ ਵਾਰੀ ਉਗਮਦਾ ਤੇ ਅਸਤਦਾ ਰਹਿਣਾ। ਕਿਤੇ ਉਹਨੇ ਆਪਣੇ ਆਪ ਨੂੰ ਸੂਰਜ ਦੇ ਨਾਲ ਵੀ ਜੋੜਿਆ, ਪਰ ਸੂਰਜ ਦੇ ਨਾਲ ਜੋੜਦਿਆਂ ਨਾਲ ਕੀ ਕਿਹਾ ਕਿ ਮਿਲੇ ਇਸ ਮੋੜ ਤੇ ਪੂਰਬ ਤੇ ਪੱਛਮ, ਮੈਂ ਦਿਨ ਵਿੱਚ ਕਿੰਨੇ ਵਾਰੀ ਉਗਮਦਾ ਰਹਿਣਾ ਤੇ ਅਸਤਦਾ ਰਹਿਣਾ। ਕਈ ਵਾਰ ਸਾਨੂੰ ਇਹ ਲੱਗਦਾ ਕਿ ਅਸੀਂ ਧਰਤੀ ਦਾ ਕੇਂਦਰ ਆ ਜਾਂ ਸਾਡਾ ਖਿੱਤਾ ਧਰਤੀ ਦਾ ਕੇਂਦਰ ਆ। ਉਹ ਜਦੋਂ ਇੱਥੇ ਰਾਤ ਹੁੰਦੀ ਆ ਕਿਤੇ ਉਦੋਂ ਦਿਨ ਹੁੰਦਾ, ਜਦੋਂ ਇੱਥੇ ਦੁਪਹਿਰ ਹੁੰਦੀ ਆ ਕਿਤੇ ਉਦੋਂ ਰਾਤ ਹੁੰਦੀ ਆ। ਤਾਂ ਜਿਹੜਾ ਇਹ ਜ਼ਿੰਦਗੀ ਦੀ ਬਦਲਾਓ ਆ, ਜਿਹੜਾ ਪਰਿਵਰਤਨ ਆ, ਜਿਹੜਾ ਉਸ ਨੂੰ ਇਹ ਸ਼ੇਅਰ ਭਲੀ ਭਾਂਤ ਪ੍ਰਗਟਾਉਂਦਾ ਹੈਗਾ। ਅਗਲਾ ਜਿਹੜਾ ਸ਼ੇਅਰ ਆ ਉਹ ਜਿਹੜਾ ਧਿਆਨ ਨਾਲ ਪੜ੍ਹਨ ਵਾਲਾ ਹੈ ਕਿ ਬਦਨ ਦੇ ਵਾਂਗ ਮਿਲ ਕੇ ਜਿਸ ਘੜੀ ਮੈਂ ਸ਼ਾਂਤ ਹੋ ਜਾਂਦਾ, ਉਦੋਂ ਵੀ ਆਤਮਾ ਦੇ ਵਾਂਗ ਅੰਦਰੋਂ ਤੜਪਦਾ ਰਹਿਣਾ। ਅਸਲ ਦੇ ਵਿੱਚ ਕੀ ਆ ਕਿ ਜਿਹੜਾ ਸਾਡੀਆਂ ਤ੍ਰਿਸ਼ਨਾਵਾਂ ਨੇ, ਜਿਹੜੀਆਂ ਸਾਡੀਆਂ ਕਾਮਨਾਵਾਂ ਨੇ, ਖਾਸ ਕਰਕੇ ਜਿਹੜਾ ਕਾਮ ਆ ਉਹ ਭੜਕਦਾ ਪਰ ਕੁਝ ਦੇਰ ਬਾਅਦ ਸ਼ਾਂਤ ਹੋ ਜਾਂਦਾ। ਬਦਨ ਦੇ ਵਾਂਗ ਮਿਲ ਕੇ ਜਿਸ ਘੜੀ ਮੈਂ ਸ਼ਾਂਤ ਹੋ ਜਾਂਦਾ, ਉਦੋਂ ਵੀ ਆਤਮਾ ਦੇ ਵਾਂਗ ਅੰਦਰੋਂ ਤੜਪਦਾ ਰਹਿਣਾ। ਵੱਡੀ ਗੱਲ ਕੀ ਆ? ਆਤਮਾ ਦਾ ਕੀ ਆ? ਜਾਗਣਾ, ਆਤਮਾ ਦੀ ਚੇਤਨਾ, ਆਤਮਾ ਦੀ ਹੋਂਦ। ਤੇ ਆਤਮਾ ਦਾ ਕੀ ਆ ਕਿ ਅੰਦਰੋਂ ਆਤਮਾ ਦੇ ਵਾਂਗ ਤੜਪਦਾ ਰਹਿਣਾ। ਬਹੁਤ ਵਾਰੀ ਜਿਹੜਾ ਬੰਦੇ ਆ ਉਹ ਬਾਹਰੋਂ ਤਾਂ ਆਪਦੇ ਸਰੀਰ ਨੂੰ ਸ਼ਾਂਤ ਚਿੱਤ ਦਿਖਾ ਦਿੰਦੇ ਆ ਕਿ ਮੈਂ ਸ਼ਾਂਤ ਬੈਠਾ, ਮੈਂ ਸਥਿਰ ਬੈਠਾ, ਪਰ ਅੰਦਰ ਜਿਹੜੇ ਵਿਚਾਰ ਆ ਉਹ ਚੱਲਦੇ ਰਹਿੰਦੇ ਆ। ਇਹ ਨਾਵਾਚਕ ਵੀ ਆ ਤੇ ਹਾਂਵਾਚਕ ਵੀ ਆ। ਨਾਵਾਚਕ ਇਸ ਅਰਥਾਂ ਦੇ ਵਿੱਚ ਆ ਕਿ ਜੇ ਅਸੀਂ ਕਿਸੇ ਦੇ ਕਹੇ ਕਿਤੇ ਬੈਠੇ ਵੀ ਰਹੀਏ ਪਰ ਸੋਚੀ ਜਾਈਏ, ਅਸੀਂ ਕੁਝ ਕਰ ਨਾ ਸਕੀਏ, ਕਿਸੇ ਦਾ ਮਾੜਾ ਕਰਨਾ ਚਾਹੀਏ ਪਰ ਕਰ ਨਾ ਸਕਦੇ ਹੋਈਏ, ਪਰ ਮਾਣੀ ਮਨ ਵਿੱਚ ਮਾੜਾ ਸੋਚੀ ਜਾਈਏ, ਇਹ ਨਾਵਾਚਕ ਆ। ਤੇ ਇਹਦਾ ਹਾਂਵਾਚਕ ਪੱਖ ਕੀ ਆ ਕਿ ਜਦੋਂ ਇਹ ਕਿਹਾ ਜਾ ਸਕਦਾ ਕਿ ਅਸੀਂ ਚਾਹੇ ਸਥਿਰ ਵੀ ਬੈਠੇ ਹੋਈਏ, ਚਾਹੇ ਸੁੱਤੇ ਵੀ ਹੋਈਏ, ਚਾਹੇ ਕਿਤੇ ਵੀ ਹੋਈਏ, ਹਰ ਵੇਲੇ ਜਿਹੜੀ ਲੈਵ ਆ ਸਾਡੀ ਉਹ ਜਿਹਨੂੰ ਕਹਿ ਸਕਦੇ ਹਾਂ ਕਿ ਬ੍ਰਹਿਮੰਡ ਨਾਲ ਇੱਕ ਸੁਰ ਹੋਈ ਵੀ ਹੋਵੇ, ਹਰ ਸਮੇਂ ਅਸੀਂ ਚੰਗਾ ਸਕਾਰਾਤਮਕ ਸੋਚ ਰਹੇ ਹੋਈਏ। ਤਾਂ ਇਹ ਸ਼ੇਅਰ ਆ ਜਿਹੜਾ ਇਸ ਦੀਆਂ ਬਹੁਤ ਵਿਆਖਿਆਵਾਂ ਤੇ ਬਹੁਤ ਹੀ ਵਿਸਤਾਰ 'ਚ ਜਾ ਸਕਦਾ ਹੈ ਕਿ ਬਦਨ ਦੇ ਵਾਂਗ ਮਿਲ ਕੇ ਜਿਸ ਘੜੀ ਮੈਂ ਸ਼ਾਂਤ ਹੋ ਜਾਣਾ, ਉਦੋਂ ਵੀ ਆਤਮਾ ਦੇ ਵਾਂਗ ਅੰਦਰੋਂ ਤੜਪਦਾ ਰਹਿਣਾ। ਅਗਲਾ ਸ਼ੇਅਰ ਦੇਖੋ ਕਿ ਜਿਵੇਂ ਬਲਦੀ ਹੈ ਕੋਈ ਹੋਮ ਯੱਗ ਦੀ ਅੱਗ ਮੇਰੇ ਅੰਦਰ, ਪਵਿੱਤਰ ਹੋਣ ਖਾਤਰ ਇਉਂ ਮੈਂ ਅਕਸਰ ਸੁਲਗਦਾ ਰਹਿਣਾ। ਤੇ ਇਹ ਵੀ ਕਿਹਾ ਜਾਂਦਾ ਹੈ ਕਿ ਕਿਸੇ ਚੰਗੇ ਸਿੱਟੇ ਤੇ ਪੁੱਜਣ ਲਈ, ਕਿਸੇ ਚੰਗੀ ਗੱਲ ਤੇ ਪੁੱਜਣ ਲਈ ਤੁਹਾਨੂੰ ਵਾਰ-ਵਾਰ ਜਿਹੜਾ ਹੈਗਾ ਆਪਣੇ ਅੰਦਰ ਦੀ ਅੱਗ ਨੂੰ ਜਗਾਈ ਰੱਖਣਾ ਪੈਂਦਾ। ਤੇ ਨਿਸ਼ਚੇ ਹੀ ਜਦੋਂ ਤੁਸੀਂ ਕੁਝ ਨਵਾਂ ਸਿਰਜਦੇ ਆ, ਜਦੋਂ ਕੋਈ ਤੁਸੀਂ ਕਿਸੇ ਦੁਵਿਧਾ ਦੇ ਵਿੱਚ ਫਸ ਕੇ ਦੁਵਿਧਾ ਤੋਂ ਪਾਰ ਜਾਣ ਦੀ ਕੋਸ਼ਿਸ਼ ਕਰਦੇ ਆ, ਤਾਂ ਉਦੋਂ ਤੁਹਾਡੇ ਅੰਦਰ ਬਹੁਤ ਕੁਝ ਟੁੱਟਦਾ, ਬਹੁਤ ਕੁਝ ਭੱਜਦਾ, ਉਹ ਤੁਹਾਨੂੰ ਦੁੱਖ ਵੀ ਦਿੰਦਾ, ਪਰ ਉਸੇ ਦੁੱਖ ਵਿੱਚੋਂ ਹੀ ਚੇਤਨਾ ਉਪਜਦੀ ਆ, ਉਸੇ ਦੁੱਖ ਵਿੱਚੋਂ ਹੀ ਸਿਰਜਣਾ ਹੁੰਦੀ ਆ। ਤਾਂ ਇਹ ਜਿਹੜਾ ਗਜ਼ਲ ਹੈਗੀ ਆ, ਜਦੋਂ ਅਸੀਂ ਦੇਖਦੇ ਹਾਂ ਤਾਂ ਇਹ ਗਜ਼ਲ ਦੇ ਵਿੱਚ ਜਿਹੜੇ ਵਿਚਾਰ ਨੇ ਉਹ ਮੁੱਢ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਇੱਕੋ ਵਿਅਕਤੀ ਦੇ ਦੁਆਲੇ ਘੁੰਮਦੇ ਨੇ, ਇੱਕ ਇਤਿਹਾਸਕ ਵਿਅਕਤੀ ਦੇ ਵਿੱਚ, ਇੱਕ ਧਾਰਮਿਕ ਵਿਅਕਤੀ ਦੇ ਬੁੱਧ ਦੇ ਉੱਤੇ ਘੁੰਮਦੇ ਆ, ਪਰ ਬਾਅਦ ਦੇ ਵਿੱਚ ਲੱਗਦਾ ਹੈ ਕਿ ਇਹਦੇ ਵਿਸ਼ੇ ਬਾਹਰ ਨੂੰ ਵੀ ਫੈਲਦੇ ਆ। ਅਤੇ ਅਸਲ ਵਿੱਚ ਜਿਹੜਾ ਇਹਦੇ ਵਿੱਚ ਪਰਿਵਰਤਨ ਆ ਜਿਹੜਾ ਉਹ ਪ੍ਰਮੁੱਖ ਆ। ਇਹਦੇ ਵਿੱਚ ਜਿਹੜੇ ਅੰਦਰ ਦੀ ਆਤਮਾ ਦੀ ਜਾਗਣਾ, ਆਤਮਾ ਦੀ ਜਿਹੜੀ ਚੇਤਨਾ ਹੈ, ਜਿਹੜਾ ਸੁਲਗਣਾ ਹੈਗਾ ਉਹ ਮਹੱਤਵਪੂਰਨ ਆ। ਅਤੇ ਸੁਲਗਣਾ ਬਹੁਤ ਮਹੱਤਵਪੂਰਨ ਹੁੰਦਾ। ਜਿਹੜੇ ਮੁਰਦੇ ਆ ਉਹੀ ਸ਼ਾਂਤੀ ਨਾਲ ਭਰੇ ਹੁੰਦੇ ਆ, ਜਿਹੜੇ ਜਿਉਂਦੇ ਆ, ਜਾਗਦੇ ਆ ਬੰਦੇ, ਜਿਹੜੇ ਜ਼ਿੰਦਗੀ ਦੇ ਨਾਲ ਖਹਿ ਕੇ ਲੰਘਦੇ ਆ, ਉਹਨਾਂ ਅੰਦਰ ਹਮੇਸ਼ਾ ਹੀ ਕੁਝ ਨਾ ਕੁਝ ਸੁਲਗਦਾ ਰਹਿੰਦਾ, ਕੁਝ ਨਾ ਕੁਝ ਮੱਚਦਾ ਰਹਿੰਦਾ, ਕੁਝ ਨਾ ਕੁਝ ਸੋਚਦੇ ਰਹਿੰਦੇ ਆ। ਤਾਂ ਉਹ ਸੋਚ ਨੂੰ ਜਿਹੜਾ ਸਥਿਰ ਕਰਨਾ, ਇੱਕ ਅਧਿਆਤਮਕ ਅਰਥਾਂ ਵਿੱਚ ਸਥਿਰ ਕਰਨਾ ਕਿ ਤੁਸੀਂ ਉਹਨਾਂ ਚੀਜ਼ਾਂ ਤੋਂ ਪਾਰ ਲੰਘ ਜਾਓ। ਅਤੇ ਦੂਸਰਾ ਜਿਹੜਾ ਸਥਿਰ ਕਰਨ ਦਾ ਯਤਨ ਕਰਦੇ ਆ, ਉਹ ਜਿਹੜਾ ਹਾਕਮ ਕਰਦੇ ਨੇ, ਤਾਕਤਵਰ ਧਿਰਾਂ ਕਰਦੀਆਂ ਕਿ ਬੰਦੇ ਨੂੰ ਜ਼ਬਰਦਸਤੀ ਚੁੱਪ ਕਰਾ ਦਿੱਤਾ ਜਾਵੇ, ਤਾਂ ਉਹਦੇ ਖਿਲਾਫ ਜਿਹੜਾ ਇਹ ਵਿਦਰੋਹ ਹੁੰਦਾ ਕਿ ਜਦੋਂ ਇਹ ਆ ਕਿ ਬੰਦਾ ਅੰਦਰੋਂ ਸੁਲਗਦਾ ਰਹਿੰਦਾ, ਅੰਦਰੋਂ ਬਦਲਦਾ ਰਹਿੰਦਾ, ਅੰਦਰੋਂ ਮੱਚਦਾ ਰਹਿੰਦਾ। ਆਪਣੇ ਆਪ ਦੇ ਵਿੱਚ ਇਹ ਜਿਹੜੀ ਗਜ਼ਲ ਆਪਾਂ ਅੱਜ ਪੜ੍ਹੀ, ਜਿਸ ਬਾਰੇ ਆਪਾਂ ਵਿਚਾਰ ਕੀਤੀ, ਉਹਦੇ ਸਿਰਫ ਵਿਚਾਰ ਪੱਖਾਂ 'ਤੇ ਅਸੀਂ ਗੱਲ ਕੀਤੀ ਹੈ। ਥੋੜ੍ਹੀ ਜਿਹੀ ਗੱਲ ਉਹਦੇ ਇਤਿਹਾਸਕ ਬਿੰਬਾਂ ਅਤੇ ਇਤਿਹਾਸਕ ਪ੍ਰਤੀਕਾਂ ਬਾਰੇ, ਇਤਿਹਾਸਕ ਹਵਾਲਿਆਂ ਬਾਰੇ ਗੱਲ ਕੀਤੀ ਹੈ ਕਿ ਕਿਹੜੇ-ਕਿਹੜੇ ਇਤਿਹਾਸਕ ਹਵਾਲੇ ਆਉਂਦੇ ਆ। ਫਿਰ ਅਸੀਂ ਇਹ ਦੇਖਿਆ ਕਿ ਕਿਸ ਤਰ੍ਹਾਂ ਜਿਹੜਾ ਸ਼ਬਦਾਂ ਨੂੰ
ਕਵੀ ਜਿਹੜਾ ਉਹ ਵਿਸ਼ੇਸ਼ ਸੰਦਰਭ ਵਿੱਚ ਵੱਖਰੇ ਵੱਖਰੇ ਅਰਥਾਂ ਦੇ ਵਿੱਚ ਵਰਤਦਾ ਹੈ। ਇਹਨਾਂ ਚੀਜ਼ਾਂ ਬਾਰੇ ਗੱਲ ਕੀਤੀ। ਕਿਸੇ ਹੋਰ ਪੱਖ ਬਾਰੇ, ਕਿਸੇ ਹੋਰ ਗਜ਼ਲ ਬਾਰੇ, ਕਿਸੇ ਹੋਰ ਕਵਿਤਾ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫਿਰ ਗੱਲ ਕਰਾਂਗੇ। ਅੱਜ ਲਈ ਤੁਸੀਂ ਗੱਲਬਾਤ ਸੁਣੀ, ਤੁਹਾਡਾ ਸਾਰਿਆਂ ਦਾ ਸ਼ੁਕਰੀਆ, ਧੰਨਵਾਦ, ਮਿਹਰਬਾਨੀ।